सब देखने और सुनने वालों की खिदमत में मोहब्बत भरा सलाम। यकूब साहब हमारे साथ है। यकूब साहब, क्या हाल है आपका? जी शुक्र अल्हम्दुलिल्लाह। यकूब साहब, ये बताइए, ये जिस इलाके में आप रहते हैं, यहाँ पे अगर किसी ने कोई फ्लैट खरीदना हो 2 3 4 कमरे का, तो क्या कीमत है इटली में? इस इलाके में बड़ा इश्तिहार आजकल चलता है। यहाँ मैं देखता हूँ लोग कहते हैं जी इटली में घर बहुत सस्ते हैं। ये वाकई सही बात है? ਜਿਹੜੇ ਸਾਹਿਬ ਕਿਸੇ ਹੱਦ ਤੱਕ ਗੱਲ ਸੱਚੀ ਵੀ ਹੈ ਤੇ ਨਿਰੀ ਵੀ। ਜਿੱਕਣ ਲੋਕਾਂ ਨੇ ਗੱਲ 20 ਲੱਖ ਕਰਨ ਵਾਸਤੇ, ਲੋਕ ਆਪਣੀ ਕਮਾਈ ਕਰਨ ਵਾਸਤੇ, ਮੈਂ ਕਈਆਂ ਮੁੰਡਿਆਂ ਨੂੰ ਦੱਸਿਆ, ਉਹਨਾਂ ਨੇ ਅੰਸ ਚੁੱਕੀ ਹੈ। ਪਾਕਿਸਤਾਨ 'ਚ ਵੀ, ਯੂਰਪ 'ਚ ਵੀ ਰੋਲ ਗੱਲ ਸਾਲ ਦੀ ਪੁਰਾਣੀ ਬੇਮਕਸਦ ਦੀ ਗੱਲ ਉੱਤੇ ਹੋਰ ਲਿਖਣਗੇ, ਥੱਲੇ ਵਿੱਚ ਕੁਝ ਵੀ ਨਹੀਂ ਹੋਣਾ, ਬਕਵਾਸ ਕਮਾਈ ਕਰਨ ਵਾਸਤੇ ਹੈ। ਉਹ ਤੇ ਕਹਿੰਦੇ ਨੇ 20,000 ਯੂਰੋ ਦੇ ਘਰ ਲੱਗੇ ਦੇ ਨੇ ਫਲੈਟ। ਬਕਵਾਸ ਕਰਦੇ ਜਿਹੜੇ ਸਾਹਿਬ ਅਰਦੇ ਆ। ਮੈਂ ਤੁਹਾਨੂੰ ਦੱਸਣਾ, ਪਹਿਲੇ ਨੰਬਰ ਤੇ ਗੱਲ ਇਹ ਵਾ, ਮਕਾਨ ਜਿਹੜਾ ਨਾ ਉਹਦੀ ਜਗ੍ਹਾ ਦੇ ਹਿਸਾਬ ਨਾਲ ਕੀਮਤ ਹੁੰਦੀ ਜੇ, ਮਕਾਨ ਦੇ ਗਜ਼ਾਂ ਦੇ ਹਿਸਾਬ ਨਾਲ, ਦਰਬੇ ਦੇ ਹਿਸਾਬ ਨਾਲ। ਤੁਹਾਡੇ ਇਲਾਕੇ 'ਚ ਕੀ ਕੀਮਤ ਹੈ? ਤੁਹਾਡੇ ਇਲਾਕੇ 'ਚ ਕੀ ਕੀਮਤ ਹੈ 2 ਕਮਰੇ ਦਾ ਫਲੈਟ ਜਾਂ 3 ਕਮਰੇ ਦਾ? ਇੱਕ ਪਿੰਡ ਵਿੱਚ ਵੀ ਹਰ ਥਾਂ ਦੀ ਕੀਮਤ ਬਰਾਬਰ ਨਹੀਂ ਜੀ। ਇੱਕ ਜਗ੍ਹਾ ਚੌਕ ਵੀ ਜਿੱਥੇ ਤੁਹਾਡੀ ਜਗ੍ਹਾ ਦੀ ਕੀ, ਤੁਹਾਡੇ ਇਲਾਕੇ 'ਚ ਕੀ ਕੀਮਤ ਹੈ? ਮੈਂ ਯਾਦ ਕਰਨਾ ਪਿਆ ਵੀ ਮੇਰੇ ਇਲਾਕੇ 'ਚ ਜਿਵੇਂ ਸਾਹਿਬ ਜਿਹੜਾ ਮਕਾਨ ਹੈ ਨਾ, ਜਿਹਨੂੰ ਅਸੀਂ ਇੱਥੇ ਵਿਲਾ ਆਖਦੇ ਆ, 4 ਕਮਰੇ ਵੀ ਹੋਣ, ਬਾਹਰ ਵਿਹੜਾ ਵੀ ਹੋਵੇ, ਥੱਲੇ ਇੱਕ ਅੱਧੀ ਦੁਕਾਨ ਵੀ ਹੋਵੇ, ਉਹ ਤੇ 2 ਲੱਖ ਯੂਰੋ ਤੋਂ ਘੱਟ ਨਹੀਂ ਹੈ ਲੱਭਦਾ। ਅੱਛਾ ਯਾ ਜਿਹੜਾ ਮਕਾਨ ਹੈ ਨਾ ਆਮ ਤੱਕ, ਜਿਹੜਾ ਨਾ 2 ਕਮਰੇ ਦਾ ਮਕਾਨ ਵਿੱਚ ਇੱਕ ਜਿਹਨੂੰ ਅਸੀਂ ਬੈਠਕ ਆਨੇ ਆ ਸਾਲਾ ਤੇ ਬਾਨੀਓ, ਇਹ ਤੇ ਹਰ ਮਕਾਨ ਕੀ ਪੂਰੇ ਯੂਰਪ ਚ ਦੱਸਣ ਦੀ ਲੋੜ ਹੀ ਕੋਈ ਨਹੀਂ। ਭਾਵੇਂ ਮਕਾਨ ਨਿੱਕਾ ਵੇ ਜਾਂ ਵੱਡਾ ਵੇ, ਹਾਂ ਜਿਹੜਾ ਮਕਾਨ ਹੈ ਨਾ 3 ਕਮਰੇ ਦਾ ਜਾਂ 4 ਚ, ਉਹਦੇ ਟਾਇਲਟਾਂ 2 ਵੀ ਹੁੰਦੀਆਂ ਨੇ, 3 ਵੀ ਹੁੰਦੀਆਂ ਹੈ। ਜਿਹੜਾ 2 ਕਮਰੇ ਦਾ ਮਕਾਨ ਹੈ ਉਹਦੇ ਚ ਇੱਕ ਸਾਲਾ ਇੱਕ ਬਾਥ ਹੁੰਦਾ ਹੈ। ਉਹ ਜਿਹੜਾ ਜੇ ਤੇ ਮਕਾਨ ਤੁਸੀਂ ਲਓ ਨਾ 0 ਮੀਟਰ ਚੰਗਾ, ਤੇ ਉਹ ਤੁਹਾਨੂੰ ਲੱਭ ਜਾਏਗਾ 70,000 ਦਾ, 75 ਦਾ ਲੱਭ ਜਾਏਗਾ। ਤੇ ਜੇ ਤੁਸੀਂ ਆਖੋ ਨਾ ਪੁਰਾਣਾ, ਤੇ ਉਹ ਵੀ ਤੁਹਾਨੂੰ ਭੈੜੇ ਹਾਲ ਦਾ 40 ਤੋਂ ਘੱਟ ਨਹੀਂ ਲੱਭਣ ਲੱਗਾ। ਅੱਛਾ ਠੀਕ, 40-45 ਹਜ਼ਾਰ ਤੋਂ ਘੱਟ ਨਹੀਂ ਲੱਭਣ ਲੱਗਾ। ਜਿਹੜਾ ਮਕਾਨ 2 ਕਮਰੇ ਦਾ 3 ਦਾ ਕਰ ਲਓ, ਲੇਕਿਨ ਪੁਰਾਣਾ ਮਕਾਨ ਹੈ, ਤਿਆਰ ਕਰਨਾ ਪੈਂਦਾ। ਇਹਦੇ ਕੌਂਸਲ ਟੈਕਸ ਵਗੈਰਾ ਕਿੰਨਾ ਹੈ? ਪਾਸ ਹੈ। ਅੱਛਾ, ਕੌਂਸਲ ਟੈਕਸ ਕਿੰਨਾ ਦਿੰਦੇ ਜੀ? ਜਿਹੜਾ ਕੌਂਸਲ ਟੈਕਸ ਹੁੰਦਾ ਮਕਾਨ ਦਾ? ਜਿਵੇਂ ਸਾਹਿਬ ਮੇਰਾ ਤੇ 2 ਕਮਰੇ ਦਾ ਮਕਾਨ ਜੀ, ਅਸੀਂ 2 ਹੀ ਮਕਾਨ ਮੁੱਲ ਲਏ ਨੇ। ਸਾਡੇ ਕੋਲ 5 ਮਕਾਨ ਹੈ, 3 ਕਿਰਾਏ ਤੇ 2 ਮੁੱਲ ਲਏ ਨੇ। ਸਾਨੂੰ ਤੇ ਇਹ ਕਰਮਾਂ ਦੀ ਉਹ ਪਤਾ ਹੀ ਸਾਈਦਾਂ ਨੂੰ ਕਿੰਨਾ ਟੈਕਸ ਪੈਂਦਾ। ਮੈਨੂੰ ਧੀ ਦਾ ਨਹੀਂ ਪਤਾ, ਮੈਂ ਪੁੱਛਿਆ ਨਹੀਂ। ਮੈਂ ਪੁੱਛਾਂਗਾ ਮੈਨੂੰ ਤੇ ਜਵੇਦ ਸਾਹਿਬ ਦਾ ਸਾਲੇ ਬਾਅਦ ਜਿਹੜਾ ਮੇਰਾ ਮਕਾਨ ਹੈ ਨਾ, ਮੈਨੂੰ 200 ਪੈਂਦਾ ਜੇ ਸਾਲ ਦਾ। ਸਿਰਫ 200 ਯੂਰੋ ਦੇਣਾ ਮੈਂ ਹਰ ਸਾਲ। 9-10 ਸਾਲ ਹੋ ਗਏ ਨੇ ਮਕਾਨ ਲਏ ਆ ਮੈਨੂੰ। ਮਤਲਬ ਜਿੰਨਾ ਚਿਰ ਮੈਂ ਕਿਸ਼ਤਾਂ ਦਿੰਦਾ ਰਹਿਣਾ, ਮੈਂ ਮਕਾਈ ਦੀਆਂ ਕਿਸ਼ਤਾਂ ਮੁੱਕੀਆਂ ਹੋ ਗਈਆਂ ਮੇਰੀ 8 ਸਾਲ। ਜਿੰਨਾ ਚਿਰ ਮੈਂ ਮਕਾਨ ਦੀਆਂ ਕਿਸ਼ਤਾਂ ਨਹੀਂ ਮੁਕਾਈਆਂ, ਉਹਨਾਂ ਚਿਰ ਤੇ ਮੈਨੂੰ ਟੈਕਸ ਕੋਈ ਨਹੀਂ। ਜਿਸ ਵੇਲੇ ਕਿਸ਼ਤ ਮੁੱਕ ਗਈ ਹੈ ਨਾ ਤੇ ਕਿਰਾਏ ਤੇ ਮੈਂ ਚਾਹ ਛੱਡਿਆ, ਉਸ ਦਿਨ ਦਾ ਮੈਨੂੰ ਸਾਲ ਬਾਅਦ 200 ਯੂਰੋ ਆਉਂਦਾ। ਨਹੀਂ, ਐਲਾ ਡਸਟ ਵਗੈਰਾ ਚੁੱਕਦੇ, ਬਾਹਰ ਗੰਦ ਸ਼ੰਦ ਚੁੱਕਦੇ, ਉਹਦੀ ਮੈਂ ਗੱਲ ਕਰਨ ਡਿਆ। ਉਹ ਜਿਹੜਾ ਟੈਕਸ ਮਕਾਨ ਦਾ ਦੇਈਦਾ, ਜਿਹੜਾ ਕਿਰਾਏ ਚਾਹੀਦਾ। ਹਾਂ ਨਹੀਂ, ਜਿਹੜਾ ਜਿਹਦੇ ਤੁਸੀਂ ਰਹਿਣ ਦੇ ਜੇ ਕਿਰਾਏ ਤੇ ਬਾਅਦ ਚ ਦੇ ਦੇ, ਜੇ ਤੁਸੀਂ ਰਹਿਣ ਦੇ ਜੇ, ਇਹਦਾ ਕਿੰਨਾ ਦਿੰਦੇ ਜੇ? ਨਹੀਂ, ਜਿਹੜੇ ਤੁਸੀਂ ਆਪੋ ਰਹਿੰਦੇ ਉਹਦਾ ਕੋਈ ਟੈਕਸ ਨਹੀਂ ਹੈ। ਭਾਵੇਂ ਤੁਹਾਡਾ ਕਰੋੜਾਂ ਨਹੀਂ ਅਰਬਾਂ ਦਾ ਮਕਾਨ, ਜਿਸ ਮਕਾਨ ਨਹੀਂ, ਉਹ ਮਿਊਨਿਸਪਲ ਕਮੇਟੀ ਜਿਹੜੀ ਉੱਥੇ ਦੀ ਹੋਏਗੀ, ਉਹ ਆਂਦੀ ਨਹੀਂ ਗੰਦ ਮੰਦ ਚੁੱਕਣ ਬਾਹਰੋਂ? ਉਹ ਵੱਖਰਾ ਹਿਸਾਬ ਦਾ, ਉਹ ਪੈਸੇ ਪੈਂਦੇ ਨੇ ਗੰਦ ਦੇ ਤਕਰੀਬਨ ਸਾਲ ਦਾ। ਉਹ ਪੈਂਦੇ ਰੈਜ਼ੀਡੈਂਸ਼ੀਅਲ ਦੇ ਹਿਸਾਬ ਨਾਲ, ਰੈਜ਼ੀਡੈਂਸ ਉਹ ਜਿੰਨੇ ਘਰ ਦੇ ਜੀਓ ਉਹਦੇ ਹਿਸਾਬ ਨਾਲ। ਅੱਗੇ ਨਹੀਂ ਪਾਉਂਦੇ, ਅੱਗੇ ਪਾਉਂਦੇ ਸਾਲ 'ਚ ਇੱਕੋ ਵਾਰੀ, ਇਹ 2 ਵਾਰੀ। ਹੁਣ ਇਹਨਾਂ ਕੋਈ ਸਾਲ ਡੇਢ ਹੋ ਗਿਆ, ਹੁਣ ਤੱਕ ਦੇ ਨਾ ਇੱਕ ਮਕਾਨ 'ਚ ਕਿਤਨੇ ਬੰਦੇ ਰਹਿੰਦੇ ਨੇ, ਉਹਦੇ ਹਿਸਾਬ ਨਾਲ ਪੈਸੇ ਪੈਂਦੇ ਨੇ। ਤਾਂ ਅਸੀਂ 2 ਬੰਦੇ ਰਹਿ ਰਹੇ ਤੇ ਕਿੰਨਾ ਪੈ ਰਿਹਾ? 2 ਬੰਦਿਆਂ ਦਾ ਕਿੰਨਾ ਪੈ ਰਿਹਾ? 2 ਬੰਦਿਆਂ ਦਾ ਸਾਲ 'ਚ ਜ਼ਿਆਦਾ 200 ਰੁਪਏ ਪਵੇਗਾ ਸ਼ਾਇਦ। ਉਹ ਵੀ ਥੋੜੇ ਉਸ ਤੋਂ ਪੈਣ, ਪਰ 6 ਮਹੀਨੇ ਬਾਅਦ 100 ਸੇ 6 ਜੇ 2 ਬੰਦੇ ਨੇ, ਕਿਉਂਕਿ 5-6 ਬੰਦਿਆਂ ਨੂੰ 250 ਸਵਾ 200 ਤਾਂ ਆਉਂਦਾ ਪਿਆ। 2 ਬੰਦੇ ਜੇ ਬਿਜਲੀ ਦਾ ਬਿੱਲ ਕਿੰਨਾ ਆਉਂਦਾ? ਉਹ ਤੇ ਫਿਰ ਜਿਤਨੀ ਇਸਤੇਮਾਲ ਕਰਨੀ ਹੈ, ਇੱਥੇ ਬਿਜਲੀ ਦਾ ਬਿੱਲ ਤੇ ਕੋਈ ਨਹੀਂ ਹਾਲ ਕੰਮਾ ਫਾਲਤੂ। ਲੇਕਿਨ ਇਹ ਤੱਕਣਾ ਪੈਂਦਾ ਨਾ, ਕਈ ਬੰਦੇ ਜਿਹੜੇ ਨਾ ਫਾਲਤੂ ਇਸਤੇਮਾਲ ਕਰਦੇ। ਤੁਹਾਡਾ ਕਿੰਨਾ ਆਉਂਦਾ? ਤੁਹਾਡਾ ਕਿੰਨਾ ਆਉਂਦਾ? ਬੰਦਿਆਂ ਨੂੰ ਛੱਡੋ। ਬਲਵੀਰ
ਇਹ ਬਿੱਲ ਕਿਹੜਾ ਆਉਂਦਾ ਬਿਜਲੀ ਦਾ? ਚਲੋ ਉਹ ਪੁੱਛਣਾ ਪੈਂਦਾ ਨਾ ਮੈਨੂੰ। ਕੋਈ ਮੈਂ ਅੱਲਾ ਦੀ ਕਸਮ ਮੁੰਡੇ ਜਵਾਨ ਹੋਏ ਜੇ ਪੈਦਾ ਕਰਨ ਵਾਲੇ ਦੀ ਕਸਮ 2-3 ਸਾਲ ਤੋਂ ਮੈਨੂੰ ਤੁਹਾਨੂੰ ਨਹੀਂ ਆਉਂਦਾ ਫਿਰ ਨਹੀਂ ਨਹੀਂ ਚਲੋ ਮੈਂ ਲੋਕਾਂ ਦੀ ਥੋੜਾ ਜਿਹੀ ਇਨਫੋਰਮੇਸ਼ਨ ਵੀ ਹੋਈ। ਇਟਲੀ ਦੇ ਮੁਤਲਕ ਇਹ ਰਹਿੰਦੇ ਨੇ ਜੀ ਮਿਲਾਨ ਤੋਂ ਕੋਈ 2 ਘੰਟੇ ਦੂਰ, ਉੱਥੇ ਦੇ ਜਿਹੜਾ ਸ਼ਹਿਰ ਇਹਨਾਂ ਦੇ ਉਹਦੇ ਹਾਲਾਤ ਥੋੜੀ ਜਿਹੀ ਇਨਫੋਰਮੇਸ਼ਨ ਵੀ ਹੋਣੀ ਚਾਹੀਦੀ ਹੈ। ਮੌਸਮ ਗਰਮ ਹੁੰਦਾ, ਅਗਰ 60 ਸਾਲ ਤੋਂ ਉੱਤੇ ਜੇ ਉਮਰ ਇਹੋ ਜਿਹੇ ਗਰਮ ਮੌਸਮ ਜਿੱਥੇ ਨੇ ਉੱਥੇ ਕੋਈ ਕਿਰਾਏ ਤੇ ਲੈ ਲਓ ਜਾਂ ਖਰੀਦ ਲਓ ਤੇ 6 ਮਹੀਨੇ ਉੱਥੇ ਰਹੋ, ਜ਼ਿੰਦਗੀ ਅੱਛੀ ਗੁਜ਼ਰੇਗੀ। ਹੁਣ ਆਨੇ ਅਸਲ ਟੌਪਿਕਲ, ਹੁਣ ਦੱਸੋ ਕੀ ਕਹਿਣਾ ਸੀ? ਨਹੀਂ ਬੜਿਆਂ ਬੰਦਿਆਂ ਨੇ ਇੰਗਲੈਂਡ ਤੋਂ ਜਵੇਦ ਸਾਹਿਬ ਆ ਕੇ ਨਾ ਇੱਥੇ ਬੰਦਿਆਂ ਮਕਾਨ ਵੀ ਲਏ ਨੇ, ਕਾਰੋਬਾਰ ਦੇ ਨਾ। ਇੰਗਲੈਂਡ ਪੈਸੇ ਵਾਲੇ ਬੰਦੇ, ਉਹਨਾਂ ਨੂੰ ਵੈਸੇ ਇਟਲੀ ਪ੍ਰੋਫਿਟ ਬਹੁਤ ਹੀ ਹੈ ਇਸ ਵਾਸਤੇ। ਇੱਥੇ ਰਿਹਾਇਸ਼ ਵੀ ਸਸਤੀ ਮਿਲਦੀ ਹੈ, ਦੁਕਾਨ ਕਿਰਾਏ ਤੇ ਵੀ ਸਸਤੀ ਮਿਲਦੀ ਹੈ। ਜਿਸ ਬੰਦੇ ਨੇ ਆ ਕੇ 50-60 ਹਜ਼ਾਰ ਜਾਂ ਲੱਖ ਯੂਰੋ ਤੇ ਲਾਏ ਆ ਨਾ, ਉਹ ਇੰਗਲੈਂਡ ਨਾਲੋਂ 4-5 ਵਾਰੀ ਪੈਸੇ ਬਹੁਤੇ ਕਮਾਉਂਦਾ ਇੱਥੇ। ਚਲੋ ਕਿਰਾਏ ਤੇ ਕਿੰਨੇ ਤੇ ਦਿੱਤੇ ਦੇ ਨੇ? ਇਨਵੈਸਟਮੈਂਟ ਕੀਤੀ ਹੈ। ਹਾਂ ਅਸੀਂ ਤਾਂ ਸਿੱਧੀ ਗੱਲ ਹੈ, ਕਿਉਂ ਝੂਠ ਮਾਰੀਏ? ਮੈਂ ਤੁਹਾਨੂੰ ਇਹ ਨਾ ਕਿ ਉਹ ਮੈਂ ਘਰ ਦੀ ਕੋਲ ਤਾਂ ਪੁੱਛਣਾ, ਪਰ ਇਸ ਵਾਸਤੇ ਜਿਹੜਾ ਮੇਰਾ ਮਕਾਨ ਉਹਦੇ ਮੇਰੇ ਨਾਂ ਤੇ ਬਿੱਲ ਮੈਂ ਤਾਰਨਾ। ਮੁੰਡਿਆਂ ਦੇ ਮੈਂ ਕਦੇ ਨਹੀਂ ਪੁੱਛੇ, ਬਿਲਕੁਲ ਜੋ ਆਪਣੇ ਲਿਖੇ ਨੇ ਇੱਥੇ ਨਿਕਲ ਕਿਰਾਏ ਤਾਂ ਮੈਨੂੰ ਕੋਈ ਨਹੀਂ ਪਤਾ। ਕਿਰਾਏ ਤੇ ਜਿਹੜਾ ਮਕਾਨ ਫਲੈਟ ਦਿੱਤਾ ਦਾ ਉਹ ਕਿੰਨੇ ਤੇ ਦਿੱਤਾ ਦਾ? 400 ਰੁਪਏ ਚਾਹੀਏ, 2 ਕਮਰੇ ਦਾ ਮਕਾਨ ਹੈ। 400 ਤੇ 400। ਅੱਛਾ ਫਿਰ ਤੇ ਸਹੀ ਹੈ। ਇੱਥੇ ਇੰਨਾ ਹੀ ਕਿਰਾਇਆ 400। ਜਿਹਦਾ ਕੋਈ ਬੜਾ ਚੰਗਾ ਚੌਕ ਵਿੱਚ ਹੈ ਨਾ, ਮਰਕਜ਼ ਵਿੱਚ ਹੈ, 2 ਕਮਰੇ ਦਾ ਮਕਾਨ, ਉਹਦਾ 500 ਦੇ 40 ਸਾਰੀ ਇਟਲੀ ਸੁਣਦੀ ਪਈ। ਬਾਕੀ ਜਾ ਕੇ ਇਸ ਉੱਤੇ 500 ਉੱਤੇ ਕੋਈ ਨਹੀਂ। ਇਹਦਾ ਮਤਲਬ ਇੰਗਲੈਂਡ ਦੇ ਬਹੁਤ ਮਹਿੰਗੇ ਨੇ ਨਾ, 2,500-3 ਹਜ਼ਾਰ। ਨਹੀਂ ਜੀ ਉੱਥੇ ਬੜੇ ਮਹਿੰਗੇ ਨੇ ਜੀ, 2-2, 2,500 ਹਜ਼ਾਰ ਦੇ। ਕਿਉਂਕਿ ਮੈਨੂੰ ਪਤਾ ਨਾ ਮੇਰੇ ਅਜ਼ੀਜ਼ ਵੀ ਉੱਥੇ ਹੈ ਨਾ, ਤੇ ਦੋਸਤ ਵੀ ਬੜੇ ਨੇ ਜਿਹੜੇ ਇੱਥੋਂ ਬੰਦੇ ਗਏ ਨੇ। ਮੇਰੇ ਆਪਣੇ ਬੱਚਿਆਂ ਨੂੰ ਮੇਰੇ ਰਿਸ਼ਤੇਦਾਰਾਂ ਨੇ ਆਖਿਆ ਆ ਜਾਓ, ਇਹਨਾਂ ਕੋਲ ਨੈਸ਼ਨੈਲਿਟੀ ਚੋਕੜੀ ਸਭ ਤੋਂ ਪਹਿਲਾਂ ਸ਼ਹਿਰ। ਮੈਂ 12 ਸਾਲ ਹੋ ਗਏ ਨੈਸ਼ਨੈਲਿਟੀ, ਪਰ ਇਹ ਨਹੀਂ ਗਏ। ਇੱਥੇ ਨਿਕਲ ਕੇ ਆਏ ਨੇ ਇੱਥੇ ਜੋ ਇਹਦੇ ਨਾਲ ਉੱਥੇ ਖੁਦਾ ਕੋਈ ਹੋਰ ਹੈ, ਇੱਥੇ ਖੁਦਾ ਹੋਰ ਹੈ। ਇੱਥੇ ਆ ਕੇ ਜਵਾਨ ਹੋਇਆ, ਇਟਲੀ ਦੀ ਜ਼ੁਬਾਨ ਸਹੀ ਹੈ। ਇੱਥੇ ਮਤਲਬ ਕਹਿੰਦਾ ਨੌਕਰੀ ਲੱਭੀ ਹੈ। ਨਹੀਂ ਸਹੀ। ਅੱਛਾ ਹੁਣ ਇਹ ਦੱਸੋ ਕਿ ਕੀ ਅੱਜ ਕਹਿਣਾ ਸੀ ਸਿਆਸੀ ਸੂਰਤ ਹਾਲ ਤੇ ਕੋਈ 5-10 ਮਿੰਟ ਗੱਲ ਕਰ ਲਈਏ, ਕੀ ਕਹਿਣਾ ਸੀ? ਇਹ ਮੈਨੂੰ 5 ਮਿੰਟ ਦਿੰਦੇ ਹੋ, ਮੇਰੀ ਚਾਹ ਠੰਡੀ ਹੋਵੇ, ਮੈਂ ਤੁਹਾਨੂੰ ਬੈਲ ਮਾਰਨਾ ਆਪੂ। ਫਿਰ ਨਹੀਂ ਇਹ ਪ੍ਰੋਗਰਾਮ ਹੋ ਗਿਆ, 5 ਮਿੰਟ ਬਾਅਦ ਹੁਣ ਚਾਹ ਪੀ ਲਿਓ, ਪਹਿਲੇ ਗੱਲ ਕਰ ਲਓ, ਨਾਲ ਪੀਂਦੇ ਚਾਹੋ ਚਾਹ। ਅੱਛਾ ਇਹ ਜਿਹੜੀ ਜਿੰਨੀ ਗੱਲ ਕੀਤੀ ਹੈ ਆਨਲਾਈਨ ਗਈ ਹੈ। ਹਾਂਜੀ ਇਹ ਰਿਕਾਰਡਿੰਗ ਹੈ, ਲੋਕਾਂ ਨੂੰ ਜ਼ਰਾ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ। ਅੱਛਾ ਚਲੋ ਠੀਕ ਹੈ। ਮੈਂ ਅਰਜ਼ ਕਰਨਾ ਪਿਆ ਅੱਜ ਗੱਲ ਜਵੇਦ ਸਾਹਿਬ ਇਹ ਹੀ ਕਰਨੀ ਹੈ ਜੀ। ਮੈਂ ਬਈ ਪਾਕਿਸਤਾਨ ਚ ਸਵਾਏ ਨਵਾਜ਼ ਸ਼ਰੀਫ ਤੋਂ, ਜ਼ਰਦਾਰੀ ਤੋਂ, ਜਾਂ ਜਿਹੜੇ 5-6 ਜਮੇਦਾਰ ਜਿਹੜੇ ਕਬਜ਼ਾ ਕਰਕੇ ਬੈਠੇ ਨੇ ਮੁਲਕ ਦੇ ਪਿੰਡੀ, ਇਹ ਤੇ ਹਰ ਵਾਰੀ ਕਰਦੇ ਜੇ। ਇਹ ਤੇ ਰੋਜ਼ਾਨਾ ਦੱਸਦੇ ਜੇ ਤੁਸੀਂ, ਇਹ ਤੇ ਰੋਜ਼ ਦੱਸਦੇ ਜੇ। ਕੋਈ ਨਵੀਂ ਗੱਲ ਦੱਸੋ। ਸੁਣੋ ਗੱਲ ਉਹ ਮੈਂ ਜਿਹੜੀ ਕਰਾਂਗਾ, ਤੁਹਾਨੂੰ ਜੇ ਮਜ਼ਾ ਨਾ ਆਇਆ ਜਾਂ ਸੱਚੀ ਨਾ ਆਈ ਤੇ ਆਖਿਓ ਅੱਗੋਂ ਬਿਲਕੁਲ ਜ਼ਿੰਦਗੀ ਮੈਨੂੰ ਲਾਈਨ ਤੇ ਨਾ ਲਿਓ। ਮੈਂ ਇਹ ਗੱਲ ਕਰਨਾ ਪਿਆ ਬਸ ਸਵਾਏ ਇਹਨਾਂ ਦੱਸਾਂ 12 ਬੰਦਿਆਂ ਤੋਂ 25 ਕਰੋੜ ਆਵਾਮ ਕਿਸੇ ਚ ਗੈਰਤ ਨਹੀਂ ਹੈ। ਹੁਣ ਮੈਂ ਸੁਣਦਿਆ ਖਬਰ ਪਿਆ ਵਾ ਜਿਹੜਾ ਖੋਤਾ ਹੱਕ ਖਾਣੇ ਵਾਲਾ ਹੈ ਉਹ ਇੰਗਲੈਂਡ ਗਿਆ, ਉੱਥੋਂ ਟੁਰ ਗਿਆ, ਬਿਮਾਰ ਹੈ। ਉਹ ਮਾਰਦਾ ਵੀ ਝੂਠ ਹੀ, ਉਹਦੀ ਗੱਲ ਤੇ ਯਕੀਨ ਤੇ ਕਿਸੇ ਨਹੀਂ ਕਰਨਾ। ਹਾਂ ਉਹ ਮਰ ਗਿਆ ਤਾਂ ਵੀ ਲੋਕਾਂ ਨੇ ਹਫਤਾ ਯਕੀਨ ਨਹੀਂ ਕਰਨਾ। ਸੁਣਿਆ ਵਾ ਕੋਈ ਦਿਲ ਦੀ ਪ੍ਰੋਬਲਮ ਹੈ ਤੇ ਉੱਥੇ ਹਸਪਤਾਲ ਚ ਪਏ ਆ। ਨਹੀਂ ਕਹਿੰਦੇ ਸਵਿਟਜ਼ਰਲੈਂਡ ਹੈ। ਸਵਿਟਜ਼ਰਲੈਂਡ ਦੀ ਮੈਂ ਗੱਲ ਕਰਨਾ ਗਿਆ, ਇੰਗਲੈਂਡ ਹੈ ਤੇ ਪਰਸੋਂ ਦਾ ਉੱਥੇ ਪਹੁੰਚ ਗਿਆ। ਰਾਤੀ ਨੇ ਮੈਂ ਖਬਰ ਸੁਣੀ ਉਹ ਕੋਈ ਬੰਦਾ ਸਾਥੀ ਗਿਆ ਤੇ ਉਹਨੂੰ ਨਾਲ ਫਾਲਤੂ ਗੱਲ ਨਹੀਂ ਕਰਨ ਦਿੱਤੀ ਤੇ ਹੁਣ ਉਹਦੀ ਖਬਰ ਵੀ ਆਉਂਦੀ ਹੈ ਇਹ ਚੈਨਲ ਤੇ। ਅੱਖਾਂ ਵਾਲਾ ਖੋਤਾ ਜਿਹੜਾ ਉਹ ਬਿਮਾਰ ਹੈ। ਇਸ ਤੋਂ ਕਿੰਨੀ ਦੂਰ ਅਲੀਲ ਹੋਇਆ। ਮੈਂ ਕਿਹਾ ਅੱਗੇ ਵੀ ਸੁਣਦਿਆਂ ਮੇਰੀ ਵੀ ਅੱਧੀ ਜ਼ਿੰਦਗੀ ਲੰਘ ਗਈ ਹੈ। ਅਸੀਂ ਤਾਂ ਦੁਆ ਹੀ ਕਰਨੀ ਆ ਵਾ ਅਲੀਲ ਹੋਵੇ, ਹੁੰਦਾ ਨਹੀਂ। ਪਰ ਚਲੋ ਸ਼ਾਇਦ ਅੱਲਾ ਬੇਪਰਵਾਹ ਸੁਣਨੇ ਵਾਲਾ। ਪਰ ਮੈਂ ਨਾ ਯਾ ਅੱਲਾ ਜੇ ਇਹਨੂੰ ਲੈਣਾ ਹੀ ਨਾਲ ਜਿਹੜੇ 20-25 ਜਿਹੜੇ ਮੁਲਕ ਵਾਸਤੇ ਨਸੂਰ ਬਣ ਗਏ ਨੇ, ਜਿਹਨਾਂ ਦਾ ਕੋਈ ਕਿਰਦਾਰ ਨਹੀਂ ਇਸ ਮੁਲਕ ਵਿੱਚ, ਔਰ ਜਿਹਨਾਂ ਦਾ ਮੈਂ ਸ਼ੋਰ ਕਹਿ ਸਕਣਾ ਕਿ ਮੁਸਲਮਾਨ ਨਹੀਂ, ਭਾਵੇਂ ਉਹ ਜਿਹੜੀ ਵੀ ਹਾਲਤ ਵਿੱਚ ਜਿਹੜੀ ਵੀ ਵਰਦੀ ਚ, ਅਗਰ ਮੁਸਲਮਾਨ ਹੁੰਦੇ ਤੇ ਰਾਸ਼ਿਦਾ ਯਾਸਮੀਨ ਮੇਰੇ ਨਾਲ 2 ਸਾਲ ਵੱਡੀ ਹੈ, ਮੇਰੀ ਭੈਣ ਬਿਮਾਰ ਹੈ, ਜਿਵੇਂ ਸਭ ਕੈਂਸਰ ਦੀ ਮਰੀਜ਼ ਹੈ, ਔਰ ਖੋਤੇ ਫੱਖਣ ਨੂੰ ਕਈਰਾਂ ਦੇ ਮੁੰਡੇ ਨੂੰ ਰਾਏ ਉਹਨੇ ਨਵਾਜ਼ੀ ਨੂੰ ਨੰਗਾ ਦੁਨੀਆ ਨੂੰ ਪਤਾ ਹੈ। ਲੇਕਿਨ ਉਹਦੇ ਬਾਵਜੂਦ ਬੇਗੁਨਾਹ ਕੋਈ ਮੁਸਲਮਾਨ ਹੈ ਜੇ ਪੱਖ ਕਿਸੇ ਨੂੰ ਗੈਰਤ ਨਹੀਂ ਪਈ ਆਉਂਦੀ। ਕਿਸੇ ਜਨਰਲ ਨੂੰ, ਬ੍ਰਿਗੇਡੀਅਰ ਨੂੰ, ਸਿਆਸਤਦਾਨ ਨੂੰ, ਕਿਸੇ ਬੰਦੇ ਨੂੰ ਕਿ 73 ਸਾਲ ਦੀ ਔਰਤ ਬੇਗੁਨਾਹ ਕੈਂਸਰ ਦੀ ਮਰੀਜ਼ ਯਕੂਬ ਸਾਹਿਬ ਉੱਥੇ ਬੰਦਾ ਮਰ ਜੇ, ਉੱਥੇ ਬਿਮਾਰ ਹੋਏ,
ਉੱਥੇ ਬੰਦੇ ਨੂੰ ਆਪ ਮਾਰ ਦਿੰਦੇ ਨੇ, ਉੱਥੇ ਬੁੱਢੀਆਂ ਦੇ ਨਾਲ ਜਿਹੜਾ ਸਲੂਕ ਕਰਦੇ, ਤੁਸੀਂ ਕਿਹੜੀ ਦੁਨੀਆ 'ਚ ਰਹਿਣ ਦੇ? ਤੁਹਾਡਾ ਜ਼ਿਹਨ ਇਟਲੀ ਵਾਲੀ ਸੋਚ ਲੈ ਕੇ ਬੈਠੇ ਜੇ। ਇਹੋ ਜਿਹੇ ਹਾਲਾਤ ਨਹੀਂ, ਉਹ ਅੰਧੇਰ ਨਗਰੀ ਚੌਪੜ ਰਾਜ ਹੈ। ਫਿਰ ਜੋ ਸਾਹਿਬ ਬਾਕੀ ਮੈਂ ਇਹ ਅਰਜ਼ ਕਰਨਾ ਪਿਆ ਮੈਂ ਨਹੀਂ ਇੱਕ ਕੰਮ ਹੋਵੇ ਫਿਰ ਵੀ ਹੋ ਜੇ। ਉਹ ਦੱਸੋ ਨਾ, ਇੱਕ ਬੰਦਾ ਉਹਨੇ ਕੁਰਾਨ ਤੇ ਹਲਫ ਚੁੱਕਿਆ, ਕੁਰਾਨ ਤੇ ਉਹਨੂੰ ਆਉਂਦਾ ਹੀ ਨਹੀਂ, ਨਾ ਉਹ ਪੜ੍ਹਿਆ ਨਾ ਉਹ ਕੋਈ ਮੁਸਲਮਾਨ ਹੈ, ਜਿਹੜਾ ਉਹਨੂੰ ਕਿਹਨੇ ਇਹ ਹੱਕ ਦਿੱਤਾ ਹੈ ਜਾਂ ਉਹਦੇ ਕੋਲ ਕੀ ਇਖਤਿਆਰ ਹੈ ਕਿ ਮੁਲਕ ਦਾ ਕਬਜ਼ਾ ਕਰਕੇ ਬੈਠੇ? ਬਿਲਕੁਲ। ਇੱਕ ਤਾਂ ਪਹਿਲੀ ਅੰਧੇਰ ਨਗਰੀ ਇਹ ਹੈ, ਤੇ ਦੂਜੀ ਹੈ ਉਹ ਕਾਨੂੰਨ ਦੁਨੀਆ ਤੇ ਕਿਸੇ ਹੋਰ ਹੀ ਮੁਲਕ ਵਿੱਚ ਵੀ ਹੈ, ਪੂਰੇ ਵਰਲਡ ਵਿੱਚ। ਇੱਕ ਬੰਦਾ ਆਪੂ ਇਲੈਕਸ਼ਨ ਆ ਰਿਹਾ ਹੈ, ਜਿਹੜਾ ਉਹ ਬੰਦਾ ਨਸ ਕੇ ਇੰਗਲੈਂਡ ਬੈਠੇ ਹੈ ਤੇ ਉਹ ਐਕਸਟੈਂਸ਼ਨ ਦੇਗਾ ਤੇ ਉਹ ਬੰਦਾ ਪੂਰੇ ਮੁਲਕ ਦੀ ਕਿਸਮਤ ਨਾਲ ਖੇਡੇਗਾ, ਮੁਲਕ ਦਾ ਤਬਾਹ ਕਰੇਗਾ ਮੁਲਕ ਨੂੰ। ਕੀ ਜਵੇਦ ਸਾਹਿਬ ਕਿਸੇ ਹੋਰ ਮੁਲਕ ਦੀ ਇਹ ਕਹਾਣੀ ਹੈ ਜੇ ਕੋਈ? ਦੱਸੋ ਮੈਨੂੰ। ਤੁਸੀਂ ਰੋਲ ਪੁਰਾਣੀ ਹੀ ਕਰਨਾ ਹੈ। ਕਿਸੇ ਦੁਨੀਆ ਦੇ ਕਿਸੇ ਖਾਨੇ 'ਚ, ਕਿਸੇ ਕਾਨੂੰਨ 'ਚ, ਕਿਸੇ ਅਦਾਲਤ ਵਿੱਚ, ਕਿਸੇ ਇਸ ਮਜ਼ਹਬੀ ਕਿਤਾਬ ਵਿੱਚ ਜੀ। ਪਰ ਦੂਸਰੇ ਮੁਲਕ ਕੋਈ ਇਸਲਾਮ ਦਾ ਕਿਲਾ ਤੇ ਨਹੀਂ ਨਾ ਹੈਗੇ। ਇਹ ਤੇ ਇਸਲਾਮ ਦਾ ਕਿਲਾ ਜਿਹਦੀ ਵਜ੍ਹਾ ਤੋਂ ਇੱਥੇ ਸਾਰਾ ਕੁਝ ਚੱਲਦਾ। ਮੈਂ ਕਹਿੰਦਾ ਇਸਲਾਮ ਨੂੰ ਛੱਡੋ, ਮਜ਼ਹਬ ਨੂੰ ਛੱਡ। ਤੁਸੀਂ ਆਪੇ ਫਰਮਾਉਂਦੇ ਹੋ ਮਜ਼ਹਬ ਨੂੰ ਛੱਡ। ਮੈਂ ਕਹਿੰਦਾ ਤੁਸੀਂ ਦੁਨਿਆਵੀ ਆਈਨ ਨੂੰ ਲਓ। ਕੋਈ ਦੁਨੀਆ ਦੇ ਕਿਸੇ ਮੁਲਕ ਵਿੱਚ ਇਹ ਕੰਮ ਹੁੰਦਾ ਪਿਆ ਕਿ ਇੱਕ ਜਿਹੜਾ ਬੰਦਾ ਐਕਸਟ੍ਰੈਸ਼ਨ ਮੰਗਦਾ ਪਿਆ ਉਹ ਵੀ ਮੁਲਕ ਦਾ ਗੱਦਾਰ ਹੈ, ਉਹ ਵੀ ਗੈਰ ਕਾਨੂੰਨੀ ਮੰਗਦਾ ਪਿਆ, ਕੋਈ ਹੱਕ ਹਾਸਲ ਨਹੀਂ। ਤੇ ਦੂਜਾ ਜਿਹਨੂੰ ਆਖਦੇ ਤੂੰ ਦੇਗਾ ਉਹਨੂੰ ਕੀ ਹੱਕ ਹੈ? ਕੌਣ ਹੈ ਨਵਾਜ਼ ਸ਼ਰੀਫ? ਅੱਛਾ, ਮਤਲਬ ਹੈ ਕਿ ਇਲੈਕਸ਼ਨ ਆ ਰਿਹਾ, ਬੰਦਾ ਸਰਕਾਰੀ ਫਾਰਮ ਤੇ ਬਣਿਆ ਤੇ ਉਹ ਪੂਰੇ ਮੁਲਕ ਕਿਸ ਪਾਕਿਸਤਾਨ ਦੀ ਕਿਸਮਤ ਦਾ ਫੈਸਲਾ ਕਰੇ। ਹਾਂਜੀ, ਫਿਰ ਹੱਦ ਨਹੀਂ ਫਿਰ ਜਵੇਦ ਸਾਹਿਬ ਹੋ ਗਈ। ਫਿਰ ਇਸ ਮੁਲਕ ਦਾ ਕੋਈ ਵਾਲੀ ਬਸ ਹੈ ਕੋਈ? ਖੁਦਾ ਹੀ ਹੈ, ਖੁਦਾ ਹੀ ਹੈ। ਗਲਾ ਪਾਏ ਤਬਾਹ ਹੋਵੇ, ਜ਼ਲਜ਼ਲਾ ਆਵੇ, ਇਸਲਾ ਪਾਸਾ ਉੱਚੇ ਹੋ ਜੇ, ਹੋਰ ਤੇ ਕੋਈ ਗੱਲ ਨਜ਼ਰ ਕੋਈ ਨਹੀਂ ਕੀਤੀ ਆਉਂਦੀ। ਚਲੋ ਹੁਣ ਚਾਹ ਪੀਓ, ਕੱਲ ਬਾਕੀ ਦੀ ਗੱਲਬਾਤ ਕਰਾਂਗੇ। ਇੰਨਾ ਹੀ ਬੜਾ ਅੱਜ ਤੁਹਾਡੇ ਨਾਲ ਗੱਪਸ਼ਪ ਵੀ ਲੱਗ ਗਈ। ਤੇ ਜਵੇਦ ਸਾਹਿਬ ਮੈਨੂੰ 2 ਹੀ ਮਿੰਟ, ਮੈਂ ਲੰਮੀ ਨਹੀਂ ਕਰਦਾ, ਮੈਂ ਇਹ ਕਰਨਾ ਉਹ ਕੋਈ ਖੌਫੇ ਖੁਦਾ ਕਰੋ, ਪੂਰੀ ਕੌਮ ਸੁਣਦੀ ਹੈ ਪੀ। ਉਹ ਸਾਫੀ ਹੋ, ਪੜ੍ਹੇ ਲਿਖੇ ਹੋ, ਵਕੀਲ ਹੋ, ਜੱਜ ਹੋ, ਉਹ ਕੁਝ ਵੀ ਨਹੀਂ ਹੋ, ਬਗੈਰਤ ਦੀ ਬਾਜ਼ ਨੀਰ ਤੇ ਆਉਣਾ, ਮੁਸਲਮਾਨ ਕਲਮਾ ਗੋਤੇ ਆਉਣਾ। ਉਹ ਸਾਰੇ ਤਾਰੇ ਸ਼ਰਫੀ ਬਣ ਗਏ ਹੋ, ਫਰਨੰਡੂ ਥਾਈਲੈਂਡੀਆ ਹੀ ਬਣ ਗਏ ਹੋ, ਮੁਜੀਬੁਰ ਰਹਿਮਾਨ ਹੀ ਬਣ ਗਏ ਹੋ, ਸਾਰੇ ਜ਼ਰਦਾਰੀ ਦੀ ਸ਼ਮਾਦਾ ਹੀ ਬਣ ਗਏ ਹੋ। ਤੇ ਨਵਾਜ਼ ਸ਼ਰੀਫ ਦਾ ਉਹ ਵਾਸਤਾ ਖੁਦਾ ਦਾ ਹੈ, ਮੁਲਕ 5 ਕਰੋੜ ਆਵਾਮ ਦਾ ਤੁਹਾਡਾ ਕੀ ਹੱਕ ਹਾਸਲ ਹੈ ਹਾਰੇ ਬੰਦੇ ਨੂੰ ਜਿਹਨੇ ਸਰਕਾਰੀ ਫਾਰਮ ਦਿੱਤਾ, ਜਿਹਨੂੰ ਉਹਦੇ ਕੋਲੋਂ ਇੰਸਟਰਕਸ਼ਨ ਮੰਗਦਾ ਪਿਆ? ਇਹ ਦੋ ਪਾਗਲ ਫਾਖਾਂ ਦੇ ਖੋਤਿਆਂ ਦੇ ਤੁਸੀਂ ਰਹਿਮੋ ਕਦਮ ਤੇ ਮੁਲਕ ਛੱਡ ਦਿੱਤਾ ਆਪਣਾ ਪੂਰਾ। और जालिमों कदों अक्ल आवे दी गैरत आवे दी है। ठीक है जवेद साहब, अस्सलाम वालेकुम। मुझे कहते मजहब की बात नहीं करनी, एंड पे खुद भी हमारा तकलीफ तो है मुल्क के हालात देख कर। चैनल को सब्सक्राइब